दिन ਦੇ ਵਿੱਚ ਜਿਹੜੀ ਵੱਡੀ ਪੋਲੀਟੀਕਲ ਅਪਡੇਟ ਆਈ ਉਹ ਮੋਹਾਲੀ ਤੋਂ ਵੀ ਆਈ, ਜਿੱਥੇ ਮੇਅਰ ਦੀ ਹੀ ਛੁੱਟੀ ਕਰ ਦਿੱਤੀ ਗਈ। ਅਮਰਜੀਤ ਸਿੱਧੂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ। ਸਿੱਧੂ ਦੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਨੇ। ਸਿੱਧੂ ਦੇ ਆਪਣੀ ਕੋਆਪਰੇਟਿਵ ਸੁਸਾਇਟੀ ਨੂੰ ਟੈਂਡਰ ਦੇਣ ਦਾ ਇਲਜ਼ਾਮ ਹੈ। 19 ਨਵੰਬਰ ਨੂੰ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। 15 ਦਿਨ ਦੇ ਅੰਦਰ ਜਵਾਬ ਮੰਗਿਆ ਗਿਆ ਸੀ। ਅਮਰਜੀਤ ਸਿੰਘ ਸਿੱਧੂ ਸਾਬਕਾ ਮੰਤਰੀ ਅਤੇ ਮੌਜੂਦਾ ਬੀਜੇਪੀ ਲੀਡਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ, ਔਰ ਅਮਰਜੀਤ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ ਸੀ ਤੇ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਹੋਇਆ ਹੈ। ਮੇਅਰ ਦੀ ਕੁਰਸੀ ਤੋਂ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਜਾਣਕਾਰੀ ਇਹ ਵੀ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਤਾਂ ਮੋਹਾਲੀ ਦੇ ਮੇਅਰ ਨੂੰ ਹਟਾ ਦਿੱਤਾ ਗਿਆ। ਸਿੱਧੂ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਨੇ ਕਿ ਇੱਕ ਟੈਂਡਰ ਜੋ ਆਪਣੀ ਹੀ ਇੱਕ ਕੋਆਪਰੇਟਿਵ ਸੁਸਾਇਟੀ जो इल्जाम लगे ने कि कोऑपरेटिव सोसाइटी खुद ही उसनू ही टेंडर दे दिता गया, तो इस तरीके नाल तो नहीं हो सकता। खैर जे इल्जाम लगे ने तो जांच जरूर होनी चाहिए है और जो जिक्र किया जा रहा है कि जांच होएगी। खैर ये भी तुहानूं दस दईए कि 19 नवंबर नूं अमरजीत सिद्धू नूं एक नोटिस भेजा गया सी स्थानक सरकारां विभाग दे वल्लों ते उस नोटिस दे जरिए 15 दिनां दे विच जवाब मंगिया गया सी। कारण दसो नोटिस ही हो ते उस तो बाद ਹੁਣ ਇਹ ਕਾਰਵਾਈ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਨਾਲ ਹੀ ਉਹਨਾਂ ਦੀ ਜਿਹੜੀ ਕਾਉਂਸਲਰ ਦੀ ਜਿਹੜੀ ਮੈਂਬਰਸ਼ਿਪ ਹੈ ਬਤੌਰ ਕਾਉਂਸਲਰ ਉਹ ਵੀ ਰੱਦ ਕਰ ਦਿੱਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਕਾਉਂਸਲਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਰੁਕ ਕਰਦੇ ਹਾਂ ਮਨੋਜ ਰਾਠੀ ਇਸ ਸਮੇਂ ਸਾਡੇ ਨਾਲ, ਸਾਡੇ ਸਹਿਯੋਗੀ ਮੋਹਾਲੀ ਤੋਂ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਕਿਉਂ ਹੋਇਆ ਐਕਸ਼ਨ, ਕਿਹੜਾ ਟੈਂਡਰ, ਕਿੰਨੇ ਦਾ ਸੀ ਟੈਂਡਰ, ਜੋ ਇਲਜ਼ਾਮ ਲੱਗ ਰਹੇ ਨੇ, ਕੀ ਕੁਝ ਜਾਣਕਾਰੀ? देखो गौरव, ਇਹਦੇ ਵਿੱਚ ਇਹ ਪਹਿਲਾਂ ਇੱਕ ਥੋੜੀ ਦਿਨ ਪਹਿਲਾਂ ਦਾ ਮਾਮਲਾ ਹੈ। ਇੱਕ ਅਚਾਨਕ ਨਹੀਂ ਹੋਇਆ। ਇਹਦੇ ਵਿੱਚ ਕਈ ਚੀਜ਼ਾਂ ਸੀ। ਜਿਹੜਾ ਹੁਣ ਨੋਟਿਸ ਆਇਆ ਉਹਦੇ ਵਿੱਚ ਜਿਹੜੀ ਸਾਫ਼ ਤੌਰ ਤੇ ਲਿਖਿਆ ਗਿਆ ਸੀਗਾ ਕਿ ਇੱਕ ਮੁਨਸਿਪਲ 1976 ਦੀ ਜਿਹੜੇ ਹੈਗੇ ਐਕਟ ਉਹਨਾਂ ਕੀਤੀ ਗਈ ਹੈ। ਹੁਣ ਉਲੰਘਣਾ ਕੀ ਕੀਤੀ ਗਈ ਹੈ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸ ਦੇ ਕਿ ਅਮਰਜੀਤ ਸਿੰਘ ਸਿੱਧੂ, ਜੀਤੀ ਸਿੱਧੂ, ਇਹ ਬਲਬੀਰ ਸਿੱਧੂ ਜਿਹੜੇ ਐਕਸ ਹੈਲਥ ਮਿਨਿਸਟਰ ਨੇ ਪੰਜਾਬ ਦੇ, ਉਹਨਾਂ ਦੇ ਭਰਾ ਨੇ। ਤੇ ਉਹਨਾਂ ਦੀ ਜਿਹੜੀ ਹੁਣ ਉਲੰਘਣਾ ਜਿਹੜੀ ਹੈਗੀ ਹੈ 2976 ਦੀ ਧਾਰਾ 63 ਦੀ ਉਲੰਘਣਾ ਵਾਸਤੇ ਕਰਿਆ ਗਿਆ। ਇਹਦੇ ਵਿੱਚ ਜਿਹੜਾ ਹੈ ਕਈ ਚੀਜ਼ਾਂ ਜਿਹੜੀ ਹੈਗੀ ਕੋਈ ਕਮੇਟੀ ਜਿਹੜੀ ਹੈ ਕੀਤੀ ਉਹਦੇ ਵਿੱਚ ਦੀ ਗੱਲ ਕਰੀਏ ਖੁਦ ਹੀ ਚੀਜ਼ਾਂ ਦਾ ਹੈਗਾ ਲਿਖਿਆ ਹੈਗਾ ਉਹ ਕੀਤਾ ਗਿਆ ਜਿਹੜੀ ਹੈਗੀ ਹੈ ਅੱਗੇ ठीक है मनोज, ਤੁਹਾਡੀ ਆਵਾਜ਼ ਬਹੁਤ ਕਲੀਅਰ ਨਹੀਂ ਆ ਰਹੀ ਹੈ। ਮੈਂ ਟੀਮ ਨੂੰ ਕਹਾਂਗਾ ਕਿ ਇੱਕ ਵਾਰ ਦੁਬਾਰਾ ਮਨੋਜ ਦੇ ਨਾਲ ਜੇਕਰ ਗੱਲਬਾਤ ਹੋ ਸਕੇ ਤਾਂ ਜਿਸ ਤਰੀਕੇ ਨਾਲ ਮਨੋਜ ਦੱਸ ਰਹੇ ਨੇ ਕਿ ਮਾਮਲਾ ਪੁਰਾਣਾ, ਇਸ ਤੋਂ ਪਹਿਲਾਂ ਕਰੀਬ 1.5 ਮਹੀਨਾ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। 15 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਸੀ ਸਿੱਧੂ ਦੇ ਕੋਲੋਂ ਤੇ ਹੁਣ ਐਕਸ਼ਨ ਲੈ ਲਿਆ ਗਿਆ ਔਰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵੱਡੀ ਖਬਰ ਇਸ ਕਰਕੇ ਵੀ ਹੈ ਕਿਉਂਕਿ ਮੇਅਰ ਦੇ ਅਹੁਦੇ ਦੇ ਉੱਤੇ ਇਹ ਉਹ ਸ਼ਖਸ ਨੇ ਜੋ ਪਹਿਲਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਉਹਨਾਂ ਦੇ ਭਰਾ ਨੇ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ। ਔਰ ਕਾਬਲੇ ਗੌਰ ਇਹ ਵੀ ਹੈ ਕਿ ਜੋ ਜ਼ਿਕਰ ਅਸੀਂ ਕਰ ਰਹੇ ਹਾਂ ਕਿ ਮੋਹਾਲੀ ਦੇ ਮੇਅਰ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਨਾਲ ਹੀ ਡਿਸਕੁਆਲੀਫਾਈ ਉਹਨਾਂ ਨੂੰ ਕਰ ਦਿੱਤਾ ਗਿਆ ਜੋ ਉਹਨਾਂ ਦੀ ਕਾਉਂਸਲਰਸ਼ਿਪ ਸੀ, ਯਾਨੀ ਕਿ ਜਿਹੜਾ ਕਾਉਂਸਲਰ ਜਿੱਤ ਕੇ ਆਏ ਹੋਏ ਸੀ ਹੁਣ ਕਾਉਂਸਲਰ ਵੀ ਨਹੀਂ ਨੇ ਤੇ ਦੂਜੇ ਪਾਸੇ ਮੇਅਰ ਦੇ ਅਹੁਦੇ ਤੋਂ ਤਾਂ ਹਟਾਈ ਦਿੱਤਾ ਗਿਆ। ਮਨੋਜ, ਉਮੀਦ ਹੈ ਤੁਹਾਡੀ ਆਵਾਜ਼ ਕਲੀਅਰ ਆਏਗੀ ਸਾਡੇ ਤੱਕ। ਮਨੋਜ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਦੇਖੋ ਗੌਰਵ, ਇਹਦੇ ਵਿੱਚ ਕਹਿ ਸਕਦੇ ਕਿ ਜਿਹੜੀ ਲੈਟਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਲੋਕਲ ਬਾਡੀ ਜਿਹੜੀ ਹੁੰਦੀ ਹੈ ਉਹਨਾਂ ਵੱਲੋਂ ਜਿਹੜੀ ਕਰਦੀ ਗਈ ਹੈ, ਜੇਕਰ ਤੁਸੀਂ ਆਵਾਜ਼ ਬਿਲਕੁਲ ਸੁਣ ਰਹੇ ਹੋ ਮੇਰੀ, ਤਾਂ ਇਹ ਬਹੁਤ ਇੰਪੋਰਟੈਂਟ ਜਿਹੜੀ ਹੈ ਇਹਦੇ ਵਿੱਚ ਚੀਜ਼ ਲਿਖੀ ਗਈ ਹੈ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋਂ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਮਰਪ੍ਰੀਤ ਕੋਆਪਰੇਟਿਵ ਸੁਸਾਇਟੀ ਲਿਮਿਟ ਇਹ FNCC ਦੇ ਮੈਂਬਰ ਸੀਗੇ ਤੇ ਇਹਨਾਂ ਨੇ ਆਪਣੇ ਸਵਾਰਥ ਵਾਸਤੇ ਕਈ ਚੀਜ਼ਾਂ ਜਿਹੜੀਆਂ ਕੀਤੀ ਹੈ, ਕਈ ਵਿਕਾਸ ਦੇ ਜਿਹੜੇ ਟੈਂਡਰ ਹੈ ਉਹ ਅਲਾਟ ਜਿਹੜੇ ਹੈਗੇ ਉਹ ਪਰਸਨਲੀ ਕੀਤੇ ਹੈ। ਕਿੰਨੇ ਕੁ ਕਰੋੜ ਦੇ ਟੈਂਡਰ ਨੇ ਮਨੋਜ, ਇਸ ਬਾਰੇ ਪਤਾ ਲੱਗਿਆ ਹੋਵੇ? ਦੇਖੋ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀ ਇਲਜ਼ਾਮ ਜਿਹੜੇ ਆ ਲੱਗੇ ਹੋਏ ਨੇ ਤੇ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਤੇ ਜਿਹੜੇ ਲੋਕਲ ਬਾਡੀਜ਼ ਦੇ ਜਿਹੜੇ IAS ਅਫਸਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। ਜਿਹੜਾ ਗੌਰਵ ਇਹਦੇ ਵਿੱਚ ਕਈ ਚੀਜ਼ਾਂ ਲਿਖੇ ਕਿ ਆਪਣੇ ਸਵਾਰਥ ਵਾਸਤੇ ਉਹਨਾਂ ਨੇ ਕਈ ਟੈਂਡਰ ਜਿਹੜੇ ਅਲਾਟ ਕੀਤੇ ਸੀਗੇ, ਉਹਦੇ ਵਿੱਚ ਉਹਨਾਂ ਤੋਂ ਜਵਾਬ ਜਿਹੜਾ ਹੈਗਾ ਉਹ ਮੰਗਿਆ ਸੀਗਾ ਲੇਕਿਨ ਉਹ ਜਵਾਬ ਨਹੀਂ ਦੇ ਪਾਏ, ਜਿਸ ਕਰਕੇ ਅੱਜ ਇੱਕ ਵੱਡਾ ਫੈਸਲਾ, ਕਹਿ ਸਕਦੇ ਬਹੁਤ ਵੱਡਾ ਫੈਸਲਾ ਹੈ ਕਿ ਜਿਹੜਾ ਮੇਅਰਸ਼ਿਪ ਹੈ ਕਾਉਂਸਲਰ ਜਿਹੜੀ ਹੈਗੀ ਉਹਨਾਂ ਦੇ ਪਦ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਇੱਕ ਬਹੁਤ ਵੱਡੀ ਕਹਿ ਸਕਦੇ। ਠੀਕ ਹੈ ਮਨੋਜ, ਇੱਕ ਹੋਰ ਛੋਟੀ ਚੀਜ਼ ਜਾਣਨੀ ਚਾਹੁੰਦਾ ਕਿ ਕੋਈ ਪੁਲਿਸ ਨੂੰ ਵੀ ਜਾਂ ਕੋਈ ਵਿਭਾਗੀ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਨੇ? ਮੇਅਰ ਦਾ ਅਹੁਦਾ ਤਾਂ ਹਟਾ ਦਿੱਤਾ ਗਿਆ ਪਰ ਜੇ ਇਸ ਤਰੀਕੇ ਨਾਲ ਆਪਣੇ ਅਹੁਦੇ ਦਾ ਕੋਈ ਫਾਇਦਾ ਚੁੱਕਿਆ ਤਾਂ ਫਿਰ ਉਹ ਤਾਂ ਘਪਲੇਬਾਜ਼ੀ ਵਾਲੇ ਇਲਜ਼ਾਮ ਵੀ ਲੱਗਦੇ ਨੇ।
ਦੇਖੋ ਇਹਦੇ ਵਿੱਚ ਹਾਲਾਂਕਿ ਹਜੇ ਜਿਹੜਾ ਲੋਕਲ ਬਾਡੀਜ਼ ਵੱਲੋਂ ਜਿਹੜਾ ਲੈਟਰ ਕੱਢਿਆ ਗਿਆ ਖਾਸ ਤੌਰ ਸਿਰਫ ਇਹੀ ਲਿਖਿਆ ਗਿਆ ਇਹਦੇ ਵਿੱਚ ਕਿ ਜਿਹੜਾ ਹੈਗਾ ਇਹਨਾਂ ਨੂੰ ਕਾਉਂਸਲਰ ਤੇ ਮੇਅਰ ਪਦ ਦੇ ਬਰਖਾਸਤ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਇੰਟਰਨਲੀ ਇਨਕੁਆਇਰੀ ਹੁੰਦੀ ਹੈ ਨਹੀਂ ਹੁੰਦੀ ਹੈ, ਹੁਣ ਇਹ ਜਿਹੜਾ ਡਿਸਾਈਡ ਕੀਤਾ ਜਾਏਗਾ, ਲੇਕਿਨ ਇਸ ਤੋਂ ਵੀ ਜਲਦੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਅਫਸਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ, ਲੇਕਿਨ ਇਸ ਤਰ੍ਹਾਂ ਦਾ ਇਨਕੁਆਇਰੀ ਦਾ ਵਾਸਤਾ ਅਜੇ ਕੋਈ ਲੈਟਰ ਜਿਹੜਾ ਉਹ ਨਹੀਂ ਕੱਢਿਆ ਗਿਆ। ਗੌਰਵ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਪੂਰੇ ਮਾਮਲੇ 'ਚ ਅਪਡੇਟ ਤੁਹਾਨੂੰ ਦੇ ਰਹੇ ਹਾਂ। ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਕਾਉਂਸਲਰਸ਼ਿਪ ਜਿਹੜੀ ਉਹਨਾਂ ਦੀ ਸੀ, ਮੈਂਬਰਸ਼ਿਪ ਨਗਰ ਨਿਗਮ ਦੀ ਮੈਂਬਰਸ਼ਿਪ, ਉਸ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਉਸ ਤੋਂ ਵੀ, ਯਾਨੀ ਕਿ ਹੁਣ ਕਾਉਂਸਲਰ ਵੀ ਨਹੀਂ ਨੇ ਸਿੱਧੂ। ਔਰ ਬਲਬੀਰ ਸਿੰਘ ਸਿੱਧੂ ਦੇ ਭਰਾ ਨੇ, ਸਾਬਕਾ ਮੰਤਰੀ ਨੇ, ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਨੇ, ਤੇ ਇਸ ਸਭ ਦੇ ਵਿਚਾਲੇ ਇੱਕ ਵੱਡਾ ਐਕਸ਼ਨ ਲਾਜ਼ਮੀ ਤੌਰ ਤੇ ਨਜ਼ਰ ਆਉਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਤਾਂ ਕਿ ਸਾਰੀ ਸੱਚਾਈ ਸਾਹਮਣੇ ਆਵੇ ਅਤੇ ਉਹਨਾਂ ਦੇ ਨਾਲ ਇਨਸਾਫ ਹੋਵੇ। ਰਾਜ ਭਵਨ ਪੰਜਾਬ ਇਨਸਾਫ ਦੀ ਉਮੀਦ ਦੇ ਵਿੱਚ ਇੱਕ ਮਹਿਲਾ ਇੱਥੇ ਰਾਜਪਾਲ ਦੇ ਨਾਲ ਮਿਲਣ ਪਹੁੰਚੀ ਸੀ। ਦਰਅਸਲ ਮਹਿਲਾ ਦਾ ਇਲਜ਼ਾਮ ਪੰਜਾਬ ਦੇ AIG ਆਸ਼ੀਸ਼ ਕਪੂਰ ਦੇ ਉੱਤੇ ਹੈ। ਉਸ ਦਾ ਕਸਟੋਡੀਅਲ ਰੇਪ ਕਰਨ ਦਾ ਮਾਮਲਾ 2016 ਦਾ ਹੈ। ਪੀੜਤ ਦੇ ਮੁਤਾਬਿਕ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਦੇ ਨਾਲ ਜ਼ਬਰਦਸਤੀ ਜੇਲ੍ਹ ਦੇ ਵਿੱਚ ਸੰਬੰਧ ਬਣਾਏ ਅਤੇ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਕਪੂਰ ਨੇ ਉਸ ਦਾ ਅਬੋਰਸ਼ਨ ਕਰਵਾ ਦਿੱਤਾ। सर वैसे तो मामला 2016 का है। जब मैं अमृतसर जेल में थी एक अंडर ट्रायल एक 420 के केस में, कि वो वहाँ पे सुपरिटेंडेंट थे सर, वहाँ पे इन्होंने मेरा फिजिकल टॉर्चर, मेरा रेप किया एंड आई गॉट प्रेग्नेंट। तो जब इनको लगा कि ये प्रेग्नेंट हो गई है तो इन्होंने ही मेरा बेल करवाया। ਮਹਿਲਾ ਦਾ ਕਹਿਣਾ ਹੈ ਕਿ ਜਦੋਂ ਇਸ ਦੇ ਬਾਰੇ ਵਿੱਚ ਉਸਨੇ ਆਵਾਜ਼ ਚੁੱਕੀ ਤਾਂ ਉਸਦੇ ਸਾਰੇ ਪਰਿਵਾਰ ਤੇ ਝੂਠਾ ਕੇਸ ਕਰ ਦਿੱਤਾ ਗਿਆ। मेरी मम्मी पे, मेरे भाई पे, सबके ऊपर सर उन्होंने झूठी FIR कराई सिर्फ मेरी आवाज को बंद करने के लिए। ਮਹਿਲਾ ਦਾ ਕਹਿਣਾ ਹੈ ਕਿ ਮਾਮਲੇ ਨੂੰ ਲੈ ਕੇ ਜੇਲ੍ਹ ਤੋਂ ਲੈਟਰ ਲਿਖ ਕੇ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। जब ये हुआ मैं जेल के अंदर से मैंने कैप्टन सर को भी मेल किया, लेटर लिखे, हैंड रिटन लेटर्स है मेरे। कैप्टन अमरिंदर सिंह CMCO। हाँ जी, और सुप्रीम कोर्ट, हाई कोर्ट, DGP, एवरीवेयर सर हर चीज को बोला, लेकिन वो हर चीज दबा लेता था सर। सर मेरी 181 पे भी कंप्लेंट है, जो आप एक वुमेन सेल होता है जो, उसको भी कंप्लेंट किया हुआ है सर। ਮਹਿਲਾ ਮੁਤਾਬਕ AIG ਨੇ ਉਸ ਨੂੰ ਘਰ ਵੀ ਲੈ ਕੇ ਦਿੱਤਾ ਸੀ। ਇਸ ਦੇ ਨਾਲ ਹੀ ਮਹਿਲਾ ਦੇ ਕੋਲ ਕਰੋੜਾਂ ਰੁਪਏ ਵੀ ਰੱਖ ਜਾਂਦਾ ਸੀ। किन्ने दिन 10 ਤੋਂ 15 करोड़, 10 करोड़ या 15 करोड़ ਤੁਹਾਡੇ ਘਰ ਰਿਹਾ? 15 करोड़ मेरे घर है, 3.5 करोड़ की तो कोठी भी दिलाई है जिसकी मैंने बताया हुआ है सर, और उनका 26 लाख मैंने अकाउंट से मैंने यूज किया हुआ है, वो सब ऑन रिकॉर्ड है सर। ਇਸ ਤਰੀਕੇ ਦੇ ਨਾਲ ਆਸ਼ੀਸ਼ ਕਪੂਰ ਦੇ ਸੰਪਰਕ ਦੇ ਵਿੱਚ ਆਏ ਇਲਜ਼ਾਮ ਬਹੁਤ ਸਾਰੇ ਲਗਾਏ ਨੇ ਕਿ ਘਰ ਦੇ ਅੰਦਰ 10 ਤੋਂ 15 ਕਰੋੜ ਰੁਪਈਆ ਵੀ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਕਸਟੋਡੀਅਲ ਰੇਪ ਕੀਤਾ, ਅਬੋਰਸ਼ਨ ਜਿਹੜਾ ਉਹ ਹੋਇਆ। ਇਸ ਵੇਲੇ ਆਸ਼ੀਸ਼ ਕਪੂਰ ਫਿਲਹਾਲ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਵਿਜੀਲੈਂਸ ਦੀ ਰਡਾਰ ਦੇ ਉੱਤੇ ਨੇ, ਜੇਲ੍ਹ ਦੇ ਵਿੱਚ ਬੰਦ ਨੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪੈ, ਨਿਊਜ਼ 18 ਚੰਡੀਗੜ੍ਹ। ਤਾਂ ਆਸ਼ੀਸ਼ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਰਾਜਪਾਲ ਦੇ ਨਾਲ ਪੀੜਤਾਂ ਨੇ ਮੁਲਾਕਾਤ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਹਰਿਆਣਾ ਦੀ ਮਹਿਲਾ ਕੋਚ ਤੇ ਖੇਡ ਮੰਤਰੀ ਸੰਦੀਪ ਸਿੰਘ ਦੇ ਵਿਚਾਲੇ ਛਿੜਿਆ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਮਹਿਲਾ ਕੋਚ ਨੇ ਖੇਡ ਮੰਤਰੀ ਦੇ ਖਿਲਾਫ ਚੰਡੀਗੜ੍ਹ ਦੀ SSP ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਜਦਕਿ ਖੇਡ ਮੰਤਰੀ ਮਹਿਲਾ ਕੋਚ ਦੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਸਵਾਲਾਂ ਦੇ ਵਿੱਚ ਨੇ। ਇੱਕ ਮਹਿਲਾ ਕੋਚ ਦੇ ਵੱਲੋਂ ਖੇਡ ਮੰਤਰੀ ਦੇ ਖਿਲਾਫ ਛੇੜਛਾੜ ਕਰਨ, ਦਬਾਅ ਪਾਉਣ, ਡਰਾਉਣ ਧਮਕਾਉਣ ਅਤੇ ਸਰਕਾਰੀ ਦਸਤਾਵੇਜ਼ਾਂ ਦੀ ਗੋਪਨੀयता ਤੋੜਨ ਦੇ ਗੰਭੀਰ ਇਲਜ਼ਾਮ ਲਾਏ ਗਏ ਨੇ। इनसे काफी कॉन्वर्सेशन हुई है इंस्टाग्राम पे, स्नैपचैट पे। मैंने इन्हें बार बार बोला है कि सर सॉरी। इन्होंने मुझे पहले फ्रेंडशिप के लिए प्रपोज किया, फिर उन्होंने मुझे एज ए गर्लफ्रेंड, और ये हमेशा ये वो कॉन्फिडेंशियल फाइनल लिस्ट है जो हरियाणा गवर्नमेंट ने OSP में स्पोर्ट्स पर्संस को फाइनल किया था कि जॉब के लिए कौन फाइनल किए गए हैं, और ये वही लिस्ट है सेम ये की है। ये देखिए आप टाइमिंग, ये मेरा फोन झूठ नहीं बोल रहा है, ये 13 मई का है, 2:37 PM उनकी मेरी जो चैटिंग थी स्नैपचैट पे, उस पे ये उन्होंने मुझे भेजा था कि तो सर इन्होंने मेरे पैर पे हाथ रखा और बोले कि तुम क्यों पंगे कर रही हो, ये हाथ पैर तुड़ा रही हो, तुम मुझे खुश रखो मैं तुम्हें खुश रखूंगा। और इन्होंने मेरे साथ उस टाइम मिसबिहेव करने की कोशिश की, लाइक छीना झपट्टी, और इन्होंने मेरा टी-शर्ट भी फाड़ दिया उस टाइम। और मुझे काफी फोन करवाए जा रहे हैं कि आप कॉम्प्रोमाइज के लिए आप क्या चाहती हैं। तो मेरी सेल्फ रिस्पेक्ट और मेरी डिग्निटी के सामने कोई चीज मैटर नहीं करती, ना मुझे कोई पैसे से मतलब है
मुझे सिर्फ मेरे लिए जस्टिस चाहिए। कोई एक डिजर्विंग आदमी वहां पे उस जगह पे होना चाहिए जो अपनी पावर का मिसयूज ना करे। ਮਹਿਲਾ ਕੋਚ ਨੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਦੀ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਤੱਕ ਪਹੁੰਚ ਕਰਨ ਦੀ ਗੱਲ ਕਹੀ ਹੈ। मैं कोशिश करूंगी कि भूपेंद्र हुड्डा सर से मैं कोशिश करूंगी और मैं सीएम सर से भी मैं टाइम लेने की पूरी कोशिश करूंगी। सरकार मेरा पक्ष सुने और मेरा साथ दे, क्योंकि मैं इस देश की बेटी हूँ, स्टेट की बेटी हूँ। डेफिनेटली वो मुझे टाइम भी देंगे और मेरी बात भी सुनेंगे। ਜੂਨੀਅਰ ਮਹਿਲਾ ਕੋਚ ਦੇ ਇਲਜ਼ਾਮਾਂ ਦੇ ਵਿਚਾਲੇ ਖੇਡ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਤੇ ਹੀ ਸਵਾਲ ਖੜੇ ਕਰਦਿਆਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। बेसलेस और किसका आधार नहीं होता, ये राजनीतिक चीजें हैं। हो सकता है विपक्ष जो है उस चीज को किसी और रूप को लेके जाने की कोशिश कर रहा हो। निष्पक्ष जांच होनी चाहिए और जांच मैं करवाऊंगा भी, क्योंकि मेरी छवि को खराब किया गया है। ਖੇਡ ਮੰਤਰੀ ਤੇ ਜੂਨੀਅਰ ਮਹਿਲਾ ਕੋਚ ਦੇ ਵਿਚਾਲੇ ਚੱਲ ਰਹੀਆਂ ਇਲਜ਼ਾਮ ਤਰਾਸ਼ੀਆਂ ਦੇ ਵਿਚਾਲੇ ਹਰਿਆਣਾ ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ਖੇਡ ਮੰਤਰੀ ਦੇ ਖਿਲਾਫ ਇਲਜ਼ਾਮ ਲਾਉਣ ਵਾਲੀ ਮਹਿਲਾ ਕੋਚ ਨੇ ਉਹਨਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਸੀ, ਪਰ ਉਹ ਚਾਹੁੰਦੇ ਨੇ ਕਿ ਇਸ ਮਸਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। मैंने 1-2 बार उसको बोला भी कि बहन आपसे रिक्वेस्ट है, आपको जो टाइम दिया गया है आप उस पे आए। उसने मेरे से झगड़ना स्टार्ट किया तो उन्होंने यही बोला मेरे को कि नहीं, मेरा मन मर्जी जब करेगा तब आऊंगी, ये वो है। मैं किसी भी कोच से, महिला कोच से या जेंट से कभी भी उनका व्यवहार गलत नहीं आया मेरे सामने, और ना ही कभी किसी प्लेयर का आया। तो आप दोनों पक्षों का सुने और जो सही फैसला है प्लीज वो सामने लेके आए। ਮਹਿਲਾ ਕੋਚ ਦੇ ਵੱਲੋਂ ਖੇਡ ਮੰਤਰੀ ਤੇ ਇਲਜ਼ਾਮ ਲਾਉਣ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣਾ ਗੰਭੀਰ ਮਸਲਾ ਹੈ। ਮਾਮਲਾ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਖੇਡ ਮੰਤਰੀ ਸੰਦੀਪ ਸਿੰਘ ਖੁਦ ਕੌਮਾਂਤਰੀ ਪੱਧਰ ਦੇ ਖਿਡਾਰੀ ਰਹੇ ਨੇ ਅਤੇ ਜੋ ਕੁਝ ਵੀ ਹੋ ਰਿਹਾ ਹੈ ਉਹ ਖੇਡ ਜਗਤ ਦੇ ਲਈ ਨਿਰਾਸ਼ਾਜਨਕ ਹੈ। ਪੰਚਕੂਲਾ ਤੋਂ ਤਾਰਾ ਠਾਕੁਰ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਤਾਂ ਇਲਜ਼ਾਮਾਂ ਨੂੰ ਸਿਰੇ ਤੋਂ ਬੇਸ਼ੱਕ ਸੰਦੀਪ ਸਿੰਘ ਦੇ ਵੱਲੋਂ ਨਕਾਰਿਆ ਜਾ ਰਿਹਾ ਹੋਵੇ, ਪਰ ਜਾਂਚ ਦਾ ਵਿਸ਼ਾ ਤਾਂ ਜ਼ਰੂਰ ਹੈ ਜਦੋਂ ਇੱਕ ਮਹਿਲਾ ਕੋਚ ਦੇ ਵੱਲੋਂ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਹੋਣ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬਾ ਮੋਦੀ ਦਾ 100 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਨਮਕ ਖਾਣ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਅਹਿਮਦਾਬਾਦ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਸਰੋਤ ਉਹਨਾਂ ਦੀ ਮਾਤਾ ਹੀਰਾਬਾ ਮੋਦੀ ਦਾ ਸ਼ੁੱਕਰਵਾਰ ਸਵੇਰੇ ਕਰੀਬ 3:30 ਵਜੇ ਦੇਹਾਂਤ ਹੋ ਗਿਆ। ਅਹਿਮਦਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ। 100 ਸਾਲ ਦੀ ਉਮਰ ਭੋਗ ਕੇ ਹੀਰਾਬਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਹਰ ਪਾਸੇ ਉਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਜ਼ਾਹਰ ਕੀਤਾ ਗਿਆ, ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਉਹਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਲਾਈਨਾਂ ਵੀ ਲਿਖਿਆ ਕਿ ਪ੍ਰਮਾਤਮਾ ਦੇ ਚਰਨਾਂ 'ਚ ਸ਼ੁਭ ਸਦੀ ਦੀ ਸਮਾਪਤੀ। ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਪਹੁੰਚੇ, ਮਾਂ ਹੀਰਾਬਾ ਨੂੰ ਸ਼ਰਧਾਂਜਲੀ ਦਿੱਤੀ ਤੇ ਫਿਰ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਅਹਿਮਦਾਬਾਦ ਦੇ ਸੈਕਟਰ 30 ਦੇ ਸ਼ਮਸ਼ਾਨ ਘਾਟ ਦੇ ਵਿੱਚ ਹੀਰਾਬਾ ਦਾ ਅੰਤਿਮ ਸੰਸਕਾਰ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ਪੀਐਮ ਕਾਫੀ ਭਾਵੁਕ ਨਜ਼ਰ ਆ ਰਹੇ ਸਨ। ਉਧਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਦਾ 100 ਸਾਲ ਦਾ ਸੰਘਰਸ਼ਮਈ ਜੀਵਨ ਭਾਰਤੀ ਆਦਰਸ਼ਾਂ ਦਾ ਪ੍ਰਤੀਕ ਹੈ। ਰਾਹੁਲ ਗਾਂਧੀ ਨੇ ਵੀ ਹੀਰਾਬਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ ਕਿ ਇਸ ਔਖੇ ਸਮੇਂ ਤੇ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਆਪਣੀ ਡੂੰਘੀ ਸੰਵੇਦਨਾ ਅਤੇ ਪਿਆਰ ਪ੍ਰਗਟ ਕਰਦਾ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ, ਇੱਕ ਮਾਂ ਦਾ ਜ਼ਿੰਦਗੀ ਤੋਂ ਚਲੇ ਜਾਣਾ ਜੀਵਨ ਦੀ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਉੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। आज पूरा विश्व उस माता को प्रणाम कर रहा है जिन्होंने एक महान सपूत को जन्म दिया था। आज उस मां को हम श्रद्धांजलि अर्पित कर रहे हैं। वो प्रधानमंत्री के लिए दुआ करती थी, वो देश के लिए दुआ करती थी और उनकी दुआओं का असर आज पूरा विश्व, पूरी दुनिया देख रही है। भक्ति, तपस्या और कर्म की त्रिवेणी आदरणीय प्रधानमंत्री जी की माता जी
जिन्होंने उन्हें गढ़ा, एक ऐसा व्यक्तित्व गढ़ा जो राष्ट्र के लिए काम करता है। मोदी जी, उस माँ को बार बार सलाम। उस माँ को नमन करता हूँ जिस माँ ने देशभक्त और एक इस प्रकार से समर्पित व्यक्तित्व जो हमारे देश के प्रधानमंत्री श्री नरेंद्र मोदी जी हैं, उनको जन्म दिया। ਹੀਰਾਬਾ ਦਾ ਜਨਮ 18 ਜੂਨ 1923 ਨੂੰ ਹੋਇਆ ਸੀ। ਉਹਨਾਂ ਦੇ 5 ਬੇਟੇ ਨੇ, ਇੱਕ ਬੇਟੀ ਹੈ। ਗਾਂਧੀ ਨਗਰ ਦੇ ਰਾਜਸਨ 'ਚ ਉਹ ਆਪਣੇ ਛੋਟੇ ਬੇਟੇ ਦੇ ਨਾਲ ਰਹਿੰਦੇ ਸਨ। ਜ਼ਿਕਰ ਖਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੋਣ ਦੇ ਬਾਵਜੂਦ ਉਹਨਾਂ ਨੇ ਆਪਣਾ ਜੀਵਨ ਬਹੁਤ ਹੀ ਸਾਦਗੀ ਦੇ ਨਾਲ ਬਿਤਾਇਆ। 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਆਮ ਨਾਗਰਿਕ ਦੀ ਤਰ੍ਹਾਂ ਲਾਈਨ ਦੇ ਵਿੱਚ ਲੱਗ ਕੇ ਗੁਜਰਾਤ ਚੋਣਾਂ ਦੇ ਵਿੱਚ ਵੋਟ ਪਾਈ। ਪ੍ਰਧਾਨ ਮੰਤਰੀ ਮੋਦੀ ਸਮੇਂ-ਸਮੇਂ ਤੇ ਉਹਨਾਂ ਨੂੰ ਮਿਲਣ ਗਾਂਧੀ ਨਗਰ ਪਹੁੰਚਦੇ ਸਨ ਤੇ ਉਹਨਾਂ ਤੋਂ ਪ੍ਰੇਰਨਾ ਲੈਂਦੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਿਊਰੋ ਰਿਪੋਰਟ, ਨਿਊਜ਼ 18।